ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂ। ਅੱਜ ਮੈਂ ਬਹੁਤ ਟਾਈਮ ਬਾਅਦ ਬੋਰਡ ਤੇ ਵੀਡੀਓ ਬਣਾਉਣ ਜਾ ਰਹੀ ਹਾਂ। ਸੋ ਜਿਹੜੀਆਂ ਮੇਰੀਆਂ ਫਸਟ ਸਟਾਰਟਿੰਗ ਦੀਆਂ ਵੀਡੀਓਜ਼ ਆ ਮੈਂ ਸਭ ਤੋਂ ਪਹਿਲਾਂ ਇਸੇ ਤਰ੍ਹਾਂ ਪਾਈਆਂ ਹੋਈਆਂ ਨੇ। ਐਂਡ ਜਿਹੜੀ ਇਹ ਵੀਡੀਓ ਇਹਦੇ ਵਿੱਚ ਮੈਂ ਦੱਸਣ ਜਾ ਰਹੀ ਹਾਂ ਕਿ ਜਿਹੜਾ ਹੁਣ ਕੱਲ੍ਹ 24 ਨੂੰ ਐਗਜ਼ਾਮ ਹੋਣ ਜਾ ਰਿਹਾ 24 ਦਸੰਬਰ ਨੂੰ, ਉਹਦੇ ਵਿੱਚ ਤੁਹਾਨੂੰ ਲਿਸਨਿੰਗ, ਰੀਡਿੰਗ ਐਂਡ ਰਾਈਟਿੰਗ ਦੇ ਟੌਪਿਕ ਕਿਸ ਤਰ੍ਹਾਂ ਦੇ ਆ ਸਕਦੇ ਨੇ। ਅਤੇ ਕਈ ਬੱਚੇ ਜਿਹੜੇ 0.5 ਕਰਕੇ ਸਿਰਫ ਰਹਿ ਜਾਂਦੇ ਆ, ਉਹਨਾਂ ਦਾ ਜਿਹੜਾ ਬੈਂਡ ਸਕੋਰ ਆ 5.5 ਆ ਜਾਂਦਾ ਅਤੇ 0.5 ਹੈ ਜਿਹੜਾ ਉਹਨਾਂ ਦਾ ਕਿਉਂ ਨਹੀਂ ਆਉਂਦਾ, ਉਹ ਨੈਗੇਟਿਵ 'ਚ ਕਿਉਂ ਚਲਾ ਜਾਂਦਾ ਹੈ, ਸਪੈਸ਼ਲੀ ਰਾਈਟਿੰਗ ਦੇ ਵਿੱਚ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲਿਸਨਿੰਗ, ਰੀਡਿੰਗ ਬਾਰੇ ਦੱਸੂੰਗੀ, ਦੈਨ ਮੈਂ ਤੁਹਾਨੂੰ ਰਾਈਟਿੰਗ ਦੀਆਂ ਮਿਸਟੇਕਸ ਵੀ ਦੱਸੂੰਗੀ। ਐਂਡ ਜਿਹੜੇ ਜ਼ਿਆਦਾ ਚਾਂਸਿਸ ਨੇ ਰਾਈਟਿੰਗ ਦੇ ਵਿੱਚ, ਉਹ ਕਿੱਦਾਂ ਦੇ ਟੌਪਿਕਸ ਆਉਣ ਦੇ ਲਾਈਕ ਚਾਂਸਿਸ ਨੇ, ਡਿਸਕਸ਼ਨ 'ਤੇ ਆਏਗਾ, ਓਪੀਨੀਅਨ 'ਤੇ ਆਏਗਾ। ਸੋ ਸਾਰੀ ਡਿਸਕਸ਼ਨ ਤੁਹਾਨੂੰ ਦਿੱਤੀ ਜਾਊਗੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਕਲਾਸ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਹੁਣ ਅੱਜ ਜਿਹੜੀ ਲਿਸਨਿੰਗ ਹੈ, ਠੀਕ ਹੈ, ਲਿਸਨਿੰਗ ਦੇ ਵਿੱਚ ਕੀ ਕਰਦੇ ਆ ਮੋਸਟਲੀ ਸਟੂਡੈਂਟ, ਜਦੋਂ ਉਹ ਆਨਸਰਸ ਉਤਾਰਦੇ ਆ, ਸਕੋਰ ਇਹਦੇ ਵਿੱਚ ਵੀ ਕਿਉਂ ਘੱਟ ਜਾਂਦਾ, ਠੀਕ ਹੈ। ਜਦੋਂ ਤੁਸੀਂ ਆਨਸਰਸ ਦੇਖੋ, ਤੁਹਾਨੂੰ 10 ਮਿੰਟਸ ਮਿਲਦੇ ਆ, ਠੀਕ ਹੈ। ਜਦੋਂ ਤੁਹਾਡੀ ਲਿਸਨਿੰਗ ਕੰਪਲੀਟ ਹੋ ਜਾਂਦੀ ਹੈ, ਤੁਹਾਨੂੰ ਉਹਦੇ ਬਾਅਦ 10 ਮਿੰਟਸ ਦਿੱਤੇ ਜਾਂਦੇ ਆ ਕਿ ਤੁਸੀਂ ਆਪਣੇ ਆਨਸਰਸ ਨੂੰ ਉਤਾਰੋ। ਮੰਨ ਲਓ ਬੱਚੇ ਦਾ ਇੱਕ ਆਨਸਰ ਹੈ ਜਿਹੜਾ ਸਕਿਪ ਹੋ ਜਾਂਦਾ ਹੈ, ਤਾਂ ਉਹ ਨੈਕਸਟ ਵਾਲੀ ਕਾਊਂਟਿੰਗ ਨਹੀਂ ਦੇਖਦੇ। ਮੌਕ ਟੈਸਟ 'ਚ ਵੀ ਬਹੁਤ ਸਾਰੇ ਬੱਚੇ ਇੱਦਾਂ ਹੀ ਕਰਦੇ ਆ। ਅਤੇ ਇੱਕ ਜਿਹੜੀ ਉਹਨਾਂ ਦੀ ਮੇਨਲੀ ਮਿਸਟੇਕ ਹੁੰਦੀ ਹੈ, ਐਸ ਕਿਤੇ ਲਗਾ ਦਿੰਦੇ ਆ, ਕਿਤੇ ਨਹੀਂ ਲਗਾ ਦਿੰਦੇ, ਉਹਦੇ ਨਾਲ ਵੀ ਆਨਸਰ ਰੋਂਗ ਹੋ ਜਾਂਦਾ ਹੈ, ਠੀਕ ਹੈ। ਐਂਡ ਸਪੈਲਿੰਗਸ 'ਤੇ ਤੁਸੀਂ ਬਹੁਤ ਜ਼ਿਆਦਾ ਧਿਆਨ ਦਿਓ। ਐਂਡ ਲਿਸਨਿੰਗ ਦੇ ਲਈ ਸਪੈਸ਼ਲੀ ਮੈਂ ਵੀਡੀਓ ਪਾਈਆਂ ਹੋਈਆਂ, ਕਿਉਂਕਿ ਲਿਸਨਿੰਗ ਦੇ ਜਿਹੜੇ ਸਾਰੇ ਹੀ ਆਨਸਰ ਆ ਉਹ ਕਿੱਦਾਂ ਦੱਸੇ ਜਾਂਦੇ ਆ, ਸਿਨੋਨਿਮਸ ਦੇ ਬੇਸ 'ਤੇ ਤੁਹਾਨੂੰ ਲਿਸਨਿੰਗ ਦੇ ਵਿੱਚ ਸਾਰੇ ਹੀ ਆਨਸਰ ਦਿੱਤੇ ਜਾਂਦੇ ਆ। ਤਾਂ ਲਿਸਨਿੰਗ ਦੇ ਜੇ ਤੁਸੀਂ ਸਿਨੋਨਿਮ ਦੇਖਣਾ ਚਾਹੁੰਦੇ ਹੋ, ਲਿਸਨਿੰਗ ਸਿਨੋਨਿਮਸ ਇੰਗਲਿਸ਼ ਵਿਦ ਰੂਪ ਕਰਕੇ ਸਰਚ ਕਰ ਲਿਓ। ਔਰ ਮੈਂ ਉਹੀ ਸਿਨੋਨਿਮਸ ਦੀਆਂ ਵੀਡੀਓਜ਼ ਪਾਈਆਂ ਹੋਈਆਂ ਨੇ ਜੋ ਯੂਜ਼ਫੁਲ ਨੇ, ਜੋ ਯੂਜ਼ ਹੁੰਦੀਆਂ ਨੇ। ਜਿਵੇਂ ਫਿਊ ਦੇ ਲਈ ਇੱਧਰ ਤੁਹਾਨੂੰ ਵਰਡ ਦਿੱਤਾ ਹੁੰਦਾ ਲੈਕ ਆਫ, ਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਆਨਸਰ ਕੀ ਲਗਾਈਏ। ਆਨਸਰ ਕਿਉਂ ਨਹੀਂ ਪਤਾ ਲੱਗਦਾ? ਕਿਉਂਕਿ ਉੱਥੇ ਸਿਨੋਨਿਮ ਯੂਜ਼ ਹੁੰਦਾ। ਸੋ ਹੁਣ ਜੋ 24 ਨੂੰ ਦਸੰਬਰ ਨੂੰ ਐਗਜ਼ਾਮ ਹੋਣ ਜਾ ਰਿਹਾ, ਉਹਦਾ ਲਿਸਨਿੰਗ ਦਾ ਪੈਟਰਨ ਦੇਖ ਲਓ ਜੀ ਕੀ ਰਹਿਣ ਵਾਲਾ ਹੈ। ਪਾਰਟ 1 ਹੈ ਜੀ ਜਿਹੜਾ, ਉਹਦੇ ਵਿੱਚ ਕੀ ਚਾਂਸਿਸ ਨੇ ਕਿ ਤੁਹਾਨੂੰ ਫਿਲਅਪਸ ਆਉਣਗੀਆਂ, 1 ਵਰਡ ਆ ਸਕਦੇ ਆ, 2 ਵਰਡਸ ਵੀ ਆ ਸਕਦੇ ਆ। ਸੈਕਿੰਡ ਪਾਰਟ ਦੇ ਵਿੱਚ MCQ, ਸਿੰਗਲ ਆਪਸ਼ਨ ਆ ਸਕਦੇ ਆ, ਸਿੰਪਲ MCQ ਕੁਐਸਚਨ ਆ ਸਕਦੇ ਆ, ਮਲਟੀਪਲ ਚੁਆਇਸ ਕੁਐਸਚਨ ਕੁਛ, ਕਿਉਂਕਿ ਜਿਹੜਾ ਪਾਰਟ 2 ਆ ਉਹਦੇ ਵਿੱਚ ਹੁਣ 10 ਕੁਐਸਚਨ ਹੋਣਗੇ। 10 ਕੁਐਸਚਨ ਦੇ ਵਿੱਚੋਂ ਤੁਹਾਨੂੰ 5 ਕੁਐਸਚਨ ਇਹ ਆ ਸਕਦੇ ਆ, 5 ਕੁਐਸਚਨ ਮੈਪ 'ਤੇ ਆ ਸਕਦੇ ਆ, ਜਾਂ ਫਿਰ ਮੈਚਿੰਗ ਦਿੱਤੀ ਹੁੰਦੀ ਆ, ਹੈਡਿੰਗ ਦਿੱਤੇ ਹੁੰਦੇ ਆ। ਸੋ ਨੀਚੇ ਤੁਸੀਂ ਆਪਸ਼ਨਸ ਉਹ ਮੈਚ ਕਰਨੀਆਂ ਹੁੰਦੀਆਂ। ਸੋ ਇਸੇ ਤਰ੍ਹਾਂ ਜਿਹੜਾ ਪਾਰਟ 3 ਆ ਲਿਸਨਿੰਗ ਦਾ, ਉਹਦੇ ਵਿੱਚ ਤੁਹਾਨੂੰ MCQ, ਲੌਂਗ MCQ ਆ ਸਕਦੇ ਆ, ਪਲੱਸ ਮੈਚਿੰਗ ਆ ਸਕਦੀ ਆ। 21 to 26 ਤੁਹਾਡੇ ਲੌਂਗ MCQ ਰਹਿ ਸਕਦੇ ਆ, ਜਾਂ 21 to 26 ਤੁਹਾਡੀ ਮੈਚਿੰਗ ਰਹਿ ਸਕਦੀ ਆ। ਅਤੇ ਜਿਹੜਾ 4th ਸੈਕਸ਼ਨ ਆ, ਹੁਣ ਪਹਿਲੇ 3 ਸੈਕਸ਼ਨ ਬਿਲਕੁਲ ਸਹੀ ਹੁੰਦੇ ਆ। ਜਿਹੜਾ 4th ਸੈਕਸ਼ਨ ਆ, 4th ਸੈਕਸ਼ਨ ਜਾ ਕੇ ਜਿਹੜੀ ਉਹਦੀ ਆਡੀਓ ਕਾਫੀ ਫਾਸਟ ਵੀ ਹੋ ਜਾਂਦੀ ਆ। ਅਤੇ ਜਿਹੜੇ ਕੀ ਹੁੰਦਾ 4th ਸੈਕਸ਼ਨ, ਮੋਸਟ ਆਫ ਦਾ ਚਾਂਸਿਸ 1 ਵਰਡ ਦੇ ਵਿੱਚ ਆਉਂਦਾ। ਮਤਲਬ ਕਿ ਜਿਹੜੀ ਤੁਹਾਡੀ ਲਿਸਨਿੰਗ ਦਾ ਲੈਵਲ ਹੈ ਉਹ ਮੋਡਰੇਟ ਰਹਿਣ ਵਾਲਾ ਹੈ 24 ਦਸੰਬਰ ਦੇ ਐਗਜ਼ਾਮ ਦੀ ਜਿਹੜੀ ਅਜ਼ੰਪਸ਼ਨ ਲਗਾਈ ਜਾ ਰਹੀ ਹੈ। ਸੋ ਇਸੇ ਤਰ੍ਹਾਂ ਜੇ ਹੁਣ ਆਪਾਂ ਰੀਡਿੰਗ ਦੀ ਗੱਲ ਕਰੀਏ, ਰੀਡਿੰਗ ਦੇ ਵਿੱਚ ਮੋਸਟਲੀ ਸਾਡਾ ਜਿਹੜਾ ਰੀਡਿੰਗ ਦਾ ਮਟੀਰੀਅਲ ਆ ਉਹ ਬਹੁਤ ਜ਼ਿਆਦਾ ਰਿਪੀਟ ਹੋਇਆ, ਅਤੇ ਮੈਂ ਬਹੁਤ ਜ਼ਿਆਦਾ ਵੀਡੀਓਜ਼ ਪਾਈਆਂ ਹੋਈਆਂ ਵੀ ਕਿਹੜੀ ਰੀਡਿੰਗ ਬੱਚਿਆਂ ਨੂੰ ਆ ਰਹੀ ਹੈ ਐਗਜ਼ਾਮ ਦੇ ਵਿੱਚ, ਕਿਹੜਾ ਸੈਕਸ਼ਨ ਉਹਨਾਂ ਨੂੰ ਰਿਪੀਟ ਹੋ ਰਿਹਾ। ਹੁਣ ਕਈ ਬੱਚੇ ਕਹਿ ਦਿੰਦੇ ਸਾਨੂੰ ਮਟੀਰੀਅਲ ਦੇ ਦਿਓ ਜਾਂ ਸਾਨੂੰ ਰੀਡਿੰਗ ਦੇ ਦਿਓ। ਇਸ ਤਰ੍ਹਾਂ ਨਹੀਂ ਹੋਊਗਾ। ਜੇ ਹੁਣ ਬੱਚੇ ਨੇ ਕਲਾਸਿਸ ਲਗਾਈਆਂ ਹੋਣਗੀਆਂ, ਜਿਹੜਾ ਬੱਚਾ ਸਾਡੇ ਕੋਲ 60+ ਰੀਡਿੰਗ ਕਰ ਚੁੱਕਿਆ ਹੈ ਨਾ, ਉਸੇ ਨੂੰ ਰਿਪੀਟ ਹੋਣ ਦੇ ਚਾਂਸਿਸ ਹੈ। ਇਹ ਨਹੀਂ ਕਿ ਕੋਈ ਬੱਚਾ 15 ਦਿਨ ਕਲਾਸਿਸ ਲਗਾਈਆਂ ਅਤੇ ਉਹ ਕਹੇ ਵੀ ਮੈਨੂੰ ਉਹ ਰੀਡਿੰਗ ਰਿਪੀਟ ਹੋ ਜੂਗੀ, ਨਹੀਂ। ਅਤੇ ਸਾਡੇ ਸਮਝਾਉਣ ਦਾ ਤਰੀਕਾ ਵੀ ਇਹੀ ਆ। ਤੁਹਾਨੂੰ ਹੈਡਿੰਗਸ 'ਤੇ ਅਲੱਗ, ਟਰੂ ਫਾਲਸ 'ਤੇ ਅਲੱਗ ਤੁਹਾਨੂੰ ਕਲਾਸਿਸ ਦੇ ਵਿੱਚ ਟਿਪਸ ਦਿੱਤੀਆਂ ਜਾਂਦੀਆਂ ਕਿ ਤੁਸੀਂ ਆਪਣੇ ਆਨਸਰਸ ਨੂੰ ਕਿੱਦਾਂ ਉਹ ਕਰ ਸਕਦੇ ਹੋ, ਕਿਵੇਂ ਤੁਹਾਡੀ ਜਿਹੜੀ ਟਰੂ ਫਾਲਸ ਦੇ ਕੁਐਸਚਨ ਦੇ ਡਾਊਟ ਆ ਜਿਹੜੇ ਖਤਮ ਹੋ ਸਕਦੇ ਆ। ਸੋ ਹੁਣ ਇਹ ਜਿਹੜੀ ਰੀਡਿੰਗ ਵੀ ਰਹਿਣ ਵਾਲੀ ਆ ਉਹ ਈਜ਼ੀ ਟੂ ਮੋਡਰੇਟ। ਈਜ਼ੀ ਟੂ ਮੋਡਰੇਟ ਦਾ ਮਤਲਬ ਕਿ 2 ਪੈਸੇਜਿਸ, ਚਾਹੇ ਫਸਟ ਤੇ ਥਰਡ ਈਜ਼ੀ ਆ ਜਾਵੇ, ਚਾਹੇ ਫਸਟ ਤੇ ਸੈਕਿੰਡ। ਹੁਣ ਕਈ ਬੱਚੇ ਕੀ ਕਰਦੇ ਆ, ਉਹ ਸਿਰਫ ਨਾ ਇੱਦਾਂ ਮਾਈਂਡ 'ਚ ਸੋਚ ਕੇ ਰੱਖਦੇ ਆ ਕਿ ਸਾਨੂੰ ਫਸਟ ਪੈਸੇਜ ਸੌਖਾ ਹੁੰਦਾ, ਸੈਕਿੰਡ ਟਫ ਹੁੰਦਾ, ਅਤੇ ਸੈਕਿੰਡ ਈਜ਼ੀ ਹੁੰਦਾ, ਫਸਟ ਈਜ਼ੀ ਹੁੰਦਾ, ਥਰਡ ਹੈ ਜਿਹੜਾ ਟਫ ਹੁੰਦਾ। ਪਰ ਨਹੀਂ, ਇਹ ਜ਼ਰੂਰੀ ਨਹੀਂ ਇਹ ਸਿਚੁਏਸ਼ਨ ਹਰੇਕ 'ਚ ਹੋਵੇ। ਮੇਰੇ ਨਾਲ ਐਗਜ਼ਾਮ ਦੇ ਵਿੱਚ ਇੱਦਾਂ ਹੋਇਆ ਸੀ, ਮੈਨੂੰ ਫਸਟ ਈਜ਼ੀ ਸੀ, ਥਰਡ ਈਜ਼ੀ ਸੀ, ਅਤੇ ਸੈਕਿੰਡ ਟਫ ਸੀ। ਤਾਂ ਬੱਚਿਆਂ ਨੇ ਜਿਨ੍ਹਾਂ ਨੇ ਸਕੋਰ ਲੈਣਾ, ਜਿਨ੍ਹਾਂ ਦੀ 6 ਦੀ ਹੀ ਰਿਕੁਆਇਰਮੈਂਟ ਆ, ਉਹ ਈਜ਼ੀਲੀ ਸਕੋਰ ਲੈ ਜਾਣਗੇ। ਬਟ ਉਹ ਇੱਕ ਮਾਈਂਡ 'ਚ ਇਹ ਗੱਲ ਲੈ ਕੇ ਚੱਲਣ ਕਿ ਮੈਂ 20 ਮਿੰਟ ਹੀ ਲਗਾਉਣੇ ਇੱਕ ਪੈਸੇਜ 'ਤੇ। 20 ਮਿੰਟ 'ਚ ਚਾਹੇ ਤੁਹਾਡੇ 9 ਕੁਐਸਚਨ ਕਵਰ ਹੁੰਦੇ ਆ ਨਾ, ਧਿਆਨ ਨਾਲ ਕਰਿਓ। ਬਟ ਜ਼ਿਆਦਾ ਟਾਈਮ ਖਰਾਬ ਕਰਨ ਦੀ ਬਜਾਏ ਕਿ ਇੱਕ ਕੁਐਸਚਨ ਹੈ ਜਿਹੜਾ ਮੈਨੂੰ ਮਿਲ ਹੀ ਨਹੀਂ ਰਿਹਾ, ਜ਼ਿਆਦਾਤਰ ਬੱਚੇ ਇਹੀ ਗਲਤੀ ਕਰਦੇ ਆ। ਜਿਹੜਾ ਕੁਐਸਚਨ ਉਹਨਾਂ ਨੂੰ ਨਹੀਂ ਮਿਲਦਾ ਉਹ ਉਸੇ 'ਤੇ ਟਾਈਮ ਵੇਸਟ ਕਰਦੇ ਰਹਿੰਦੇ ਆ 4 ਤੋਂ 5 ਮਿੰਟ, ਅਤੇ 4-5 ਮਿੰਟ ਕਰਨ ਤੋਂ ਬਾਅਦ, ਵੇਸਟ ਕਰਨ ਤੋਂ ਬਾਅਦ ਆਨਸਰ ਫਿਰ ਵੀ ਉਹਨਾਂ ਦਾ ਕੀ ਮਿਲਦਾ, ਰੋਂਗ ਹੀ ਮਿਲਦਾ। ਸੋ ਇਹ ਗਲਤੀ ਨਾ ਕਰਿਓ। 20 ਮਿੰਟ ਲਾ ਕੇ ਚੱਲੋਗੇ,
ਚਾਹੇ 9 ਕੁਐਸਚਨ ਹੀ ਕਰ ਰਹੇ ਹੋ ਪਰ ਉਹ ਕਰਿਓ ਇੰਨੇ ਹਿਸਾਬ ਨਾਲ ਕਿ ਮੇਰੇ ਸਹੀ ਹੋਣ, ਤਾਂ ਵੀ ਤੁਸੀਂ 6.5 ਸਕੋਰ ਲੈ ਸਕਦੇ ਹੋ ਜੇ ਇਹ ਟੈਕਨੀਕ ਅਪਣਾਈ। ਤੁਹਾਡੇ ਨਾਲ ਐਗਜ਼ਾਮ ਦੇ ਵਿੱਚ ਕੀ ਹੁੰਦਾ, ਤੁਸੀਂ ਪੈਨਿਕ ਹੋਏ ਬੈਠੇ ਹੁੰਦੇ ਹੋ, ਤੁਹਾਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਹੋਏ ਬੈਠੇ ਹੁੰਦੇ ਹੋ, ਇੱਕ ਤੁਹਾਨੂੰ ਟਾਈਮ ਵਾਰੀ ਪਤਾ ਲੱਗਦਾ ਹੁੰਦਾ ਵੀ ਇੰਨੇ ਮਿੰਟ ਰਹਿ ਗਏ, ਇੰਨੇ ਮਿੰਟ ਰਹਿ ਗਏ। ਸੋ ਜੇ ਤੁਸੀਂ ਆਹ ਟੈਕਨੀਕ ਲੈ ਕੇ ਜਾਓਗੇ ਨਾ, ਤੁਹਾਡਾ ਸਕੋਰ ਕਦੇ ਵੀ ਨਹੀਂ ਘਟੂਗਾ। ਸੋ ਇਸ ਤਰ੍ਹਾਂ ਜੇ ਤੁਸੀਂ ਕਰਦੇ ਹੋ 20 ਮਿੰਟਸ ਲਗਾ ਕੇ ਇੱਕ ਪੈਸੇਜ ਤੇ, ਚਾਹੇ ਜਿੰਨੇ ਮਰਜ਼ੀ ਕੁਐਸਚਨ ਛੁੱਟ ਜਾਣ, 6 ਬੈਂਡ ਕਿਤੇ ਵੀ ਨਹੀਂ ਗਏ, 6 ਬੈਂਡ ਤਾਂ ਬਹੁਤ ਈਜ਼ੀ ਨੇ ਲੈਣੇ। ਸੋ ਹੁਣ ਨੈਕਸਟ ਬੱਚਿਆਂ ਨੂੰ ਕੀ ਹੁੰਦਾ, ਮੇਨਲੀ ਬੱਚਿਆਂ ਨੂੰ ਟਰੂ ਫਾਲਸ ਨਾਟ ਗਿਵਨ ਕੁਐਸਚਨ ਆ ਸਕਦੇ ਐਗਜ਼ਾਮ ਦੇ ਵਿੱਚ, ਹੈਡਿੰਗਸ ਜੋ ਮੇਨ ਹੈ ਮੈਚਿੰਗ, ਠੀਕ ਹੈ। ਸੋ ਇਹਨਾਂ ਦੇ ਵੀ ਅਲੱਗ-ਅਲੱਗ ਸਟੈਪਸ ਹੁੰਦੇ ਆ ਕਰਨ ਦੇ ਲਈ। ਜੇ ਤੁਸੀਂ ਇਹਨਾਂ ਦੇ ਕੋਈ ਵੀ ਟੈਕਨੀਕਸ ਹੈ ਤਾਂ ਮੈਂ ਆਲਰੇਡੀ ਵੀਡੀਓਜ਼ ਵੀ ਬਹੁਤ ਪਾਈਆਂ ਹੋਈਆਂ ਤੇ ਤੁਸੀਂ ਆਨਲਾਈਨ ਕਲਾਸ ਵੀ ਜੁਆਇਨ ਕਰ ਸਕਦੇ ਹੋ। ਟਰੂ ਫਾਲਸ ਨਾਟ ਗਿਵਨ, ਹੈਡਿੰਗਸ ਕਿੱਦਾਂ ਫਾਈਂਡ ਆਊਟ ਹੁੰਦੇ ਆ ਤੇ ਮੈਚਿੰਗਸ ਆਪਾਂ ਕਿੱਦਾਂ ਕਰਦੇ। ਸੋ ਇਹ ਤਾਂ ਹੈ ਲਿਸਨਿੰਗ ਤੇ ਰੀਡਿੰਗ ਦਾ ਐਗਜ਼ਾਮ ਕਿੱਦਾਂ ਦਾ ਰਹਿਣ ਵਾਲਾ ਤੇ ਤੁਸੀਂ ਕਿਹੜੇ ਪੁਆਇੰਟਸ ਸਕਿਪ ਕਰਕੇ ਵੀ ਆਪਾਂ ਕਿਹੜੇ ਕੁਐਸਚਨ ਸਕਿਪ ਕਰਕੇ ਆਪਣਾ ਬੈਂਡ ਸਕੋਰ ਲੈ ਸਕਦੇ ਹੋ, ਇਹ ਚੀਜ਼ਾਂ ਤੁਹਾਨੂੰ ਦੱਸੀਆਂ ਗਈਆਂ ਨੇ। ਇਸੇ ਤਰ੍ਹਾਂ ਹੁਣ ਪਹਿਲਾਂ ਮੈਂ ਰਾਈਟਿੰਗ ਦੇ ਵਿੱਚ ਦੱਸੂਗੀ ਤੁਸੀਂ ਐਗਜ਼ਾਮ 'ਚ 0.5 ਕਿਉਂ ਘਟਾ ਲੈਂਦੇ ਹੋ, 0.5 ਨੂੰ ਕਿੱਦਾਂ ਇੰਪਰੂਵ ਕਰ ਸਕਦੇ ਹੋ। ਸੋ ਉਹਦੇ ਬਾਰੇ ਡਿਸਕਸ਼ਨ ਦਊਂਗੀ ਵੀ ਰਾਈਟਿੰਗ 'ਚ ਕਿੱਦਾਂ ਦੇ ਨਾਲੇ ਟੌਪਿਕ ਰਹਿਣਗੇ। ਰਾਈਟਿੰਗ ਦੇਖੋ ਜੀ, ਹੁਣ ਰਾਈਟਿੰਗ ਦੇ ਵਿੱਚ ਮੇਨਲੀ ਟਾਸਕ 1 ਤੇ ਟਾਸਕ 2, ਠੀਕ ਹੈ, 1 ਐਂਡ 2। ਹੁਣ ਜਿਹੜਾ ਟਾਸਕ 2 ਹੈ, ਪਹਿਲਾਂ ਕੁਛ ਮੈਂ ਉਹਦੀਆਂ ਮੇਨ ਮਿਸਟੇਕਸ ਦੱਸਣ ਜਾ ਰਹੀ ਹਾਂ ਜੋ ਕਿ ਸਟੂਡੈਂਟ ਅਕਸਰ ਕਰਦੇ ਆ। ਇੰਟਰੋ ਦੇ ਵਿੱਚ ਆਈ ਪਤਾ ਹੈ ਕਿ ਲੱਗਣੀ ਹੈ ਜਦੋਂ ਤੁਸੀਂ ਆਪਣਾ ਓਪੀਨੀਅਨ ਦੇਣਾ ਹੈ। ਹੁਣ ਜਦੋਂ ਤੁਸੀਂ ਆਈ ਨੂੰ ਸਮਾਲ ਪਾਉਂਦੇ ਹੋ ਨਾ, ਰੋਂਗ ਹੈ। ਕਿਤੇ ਵੀ ਆਈ ਹੈ ਜਿਹੜਾ, ਚਾਹੇ ਕਾਮੇ ਤੋਂ ਬਾਅਦ ਆਪਾਂ ਲਗਾਉਣਾ ਆਈ, ਚਾਹੇ ਆਪਾਂ ਸੈਂਟੈਂਸ ਸਟਾਰਟ ਕਰਨਾ ਹੈ, ਆਈ ਨੇ ਕੈਪੀਟਲ ਹੀ ਰਹਿਣਾ ਹੈ, ਠੀਕ ਹੈ। ਹੁਣ ਬੱਚਿਆਂ ਨੂੰ ਕਿਹਾ ਤਾਂ ਮੈਂ ਸਿਰਫ ਆਈ ਹੈ, ਬਟ ਉਹ ਕੀ ਕਰਨਗੇ ਜਦੋਂ ਇਟ ਲਿਖਣਗੇ ਕਾਮੇ ਤੋਂ ਬਾਅਦ ਜਾਂ ਰਨਿੰਗ ਦੇ ਵਿੱਚ, ਤਾਂ ਉਹ ਆਈ ਇਟ ਦੀ ਵੀ ਕੈਪੀਟਲ ਕਰ ਦਿੰਦੇ ਆ। ਇਹ 'ਚ ਤਾਂ ਕੋਈ ਸ਼ੱਕ ਨਹੀਂ ਵੀ ਆਪਾਂ ਜਦੋਂ ਲਾਈਨ ਸਟਾਰਟ ਕਰਨੀ ਹੈ ਇਟ ਤੋਂ ਸਟਾਰਟ ਕਰਨੀ ਹੈ, ਉਹ ਤਾਂ ਆਈ ਕੈਪੀਟਲ ਹੀ ਰਹੂਗੀ। ਬਟ ਅਗਰ ਮੈਂ ਲਾਈਨ ਦੇ ਵਿੱਚ ਕਿਤੇ ਇਟ ਲਿਖਣਾ ਤਾਂ ਉਹ ਇਟ ਤਾਂ ਸਮਾਲ ਹੀ ਰਹੂਗਾ। ਬਟ ਜਦੋਂ ਸਿੰਗਲ ਆਈ ਆਊਗੀ, ਜਿਹੜੀ ਸਿੰਗਲ ਆਈ ਆ ਉਹ ਹਮੇਸ਼ਾ ਕੀ ਰਹੂਗੀ ਜੀ, ਤੁਹਾਡੀ ਸਿੰਗਲ ਆਈ ਆ ਜਿਹੜਾ ਆਪਣਾ ਵਰਡ ਆ ਉਹ ਹਮੇਸ਼ਾ ਹੀ ਕੈਪੀਟਲ ਰਹੂਗਾ, ਚਾਹੇ ਉਹ ਕਾਮੇ ਤੋਂ ਬਾਅਦ ਆਵੇ, ਚਾਹੇ ਉਹ ਕਿਤੇ ਵੀ ਸੈਂਟੈਂਸ ਦੇ ਵਿੱਚ ਆ ਰਿਹਾ ਹੈ, ਚਾਹੇ ਲਾਈਨ ਸਟਾਰਟ ਹੋ ਰਹੀ ਹੈ। ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ, ਠੀਕ ਹੈ। ਸੋ ਨੈਕਸਟ ਜਿਹੜੀ ਹੁਣ ਥਿੰਗ ਹੈ ਆਪਣੀ, ਇੱਥੇ ਇਟ ਆ ਗਿਆ, ਇਜ਼ ਆ ਗਿਆ। ਜੇ ਇਜ਼ ਤੋਂ ਆਪਾਂ ਲਾਈਨ ਦੇ ਵਿੱਚ ਆ ਰਿਹਾ ਤਾਂ ਉਹ ਆਈ ਐਜ਼ ਇਜ਼ ਹੈ। ਮੈਂ ਸਿਰਫ ਆਈ ਕਿਹਾ ਵੀ ਹਰੇਕ ਜਗ੍ਹਾ ਕੈਪੀਟਲ ਰਹੂਗਾ। ਬਾਕੀ ਤੁਸੀਂ ਕਾਮੇਜ਼ ਦਾ ਜ਼ਰੂਰ ਧਿਆਨ ਰੱਖਣਾ ਹੈ। ਕਈ ਬੱਚੇ ਕੀ ਕਰਦੇ ਆ, ਦੈਨ ਵੀ ਯੂਜ਼ ਕਰ ਦਿੰਦੇ ਆ ਤੇ ਦੈਨ ਦੇ ਨਾਲ ਕਾਮਾ ਵੀ ਲਗਾ ਦਿੰਦੇ ਆ। ਪੰਕਚੁਏਸ਼ਨਸ ਦਾ ਵੀ ਧਿਆਨ ਰੱਖੋ। ਦੈਨ ਇੱਥੇ ਕੰਮ ਹੀ ਕਿਸ ਦਾ ਕਰ ਰਿਹਾ, ਜੇ ਇੱਦਾਂ ਦੋਨੇ ਕਰਤੇ ਤਾਂ ਰੋਂਗ ਹੋ ਜਾਓ। ਜਾਂ ਤਾਂ ਦੈਨ ਦਾ ਯੂਜ਼ ਕਰੋ ਜਾਂ ਫਿਰ ਕਾਮੇ ਦਾ ਯੂਜ਼ ਕਰੋ। ਇਹ ਕਾਮਨ ਮਿਸਟੇਕ ਹੁੰਦੇ ਆ ਜਿਹੜੇ ਬੱਚੇ ਕਰਦੇ ਆ। ਸੈਕਿੰਡ ਕਾਮਨ ਮਿਸਟੇਕ, ਲੋਕਾਂ ਦੇ ਲਈ ਗੱਲ ਹੋ ਰਹੀ ਹੁੰਦੀ ਹੈ ਪੀਪਲ ਦੀ, ਤੇ ਤੁਸੀਂ ਪੀਪਲ ਦੇ ਨਾਲ ਯੂਜ਼ ਕਰਦੇ ਹੋ ਆਰ, ਠੀਕ ਹੈ। ਆਰ ਆਪਾਂ ਸਿਰਫ ਵੀ ਦੇ ਨਾਲ ਹੀ ਯੂਜ਼ ਕਰ ਸਕਦੇ ਹਾਂ, ਪੀਪਲ ਦੇ ਲਈ ਹਮੇਸ਼ਾ ਦੇਅਰ ਲੱਗੂਗਾ। ਇਸ ਗੱਲ ਦਾ ਧਿਆਨ ਰੱਖੋ, ਕਾਮਨ ਮਿਸਟੇਕ ਹੈ ਜੋ ਬੱਚੇ ਕਰਦੇ ਆ, ਠੀਕ ਹੈ। ਨੈਕਸਟ ਥਿੰਗ, ਬੱਚਿਆਂ ਦੇ ਮਾਈਂਡ ਵਿੱਚ ਇੱਕ ਗੱਲ ਸੈਟਅਪ ਹੋਈ ਆ ਵੀ ਅਸੀਂ ਵਕੈਬ ਯੂਜ਼ ਕਰਨੀ ਆ, ਹਾਈ ਵਕੈਬ ਯੂਜ਼ ਕਰਨੀ ਆ। ਇਹ ਚੱਕਰ 'ਚ ਇੱਕ ਤਾਂ ਸਪੈਲਿੰਗ ਮਿਸਟੇਕ ਕਰਦੇ ਆ, ਠੀਕ ਹੈ, ਸਪੈਲਿੰਗਸ ਐਰਰ ਕਰ ਦਿੰਦੇ ਆ। ਦੂਸਰੀ ਗਲਤੀ ਉਹ ਕੀ ਕਰਦੇ ਆ, ਜਦੋਂ ਵਕੈਬ ਦੇ ਚਾਂਸ ਉਹਨਾਂ ਨੂੰ ਐ ਹੁੰਦਾ ਵੀ ਮੈਂ ਬਸ ਸਿਨੋਨਿਮ ਲਗਾਉਣਾ, ਕੁਛ ਵੀ ਹੋ ਜਾਵੇ, ਉਹ ਕੀ ਕਰ ਦਿੰਦੇ ਆ, ਇਨਫੋਰਮਲ ਵਰਡ ਯੂਜ਼ ਕਰ ਦਿੰਦੇ ਆ। ਸੋ ਇਨਫੋਰਮਲ ਵਰਡ ਆਪਣੀ ਰਾਈਟਿੰਗ ਦੇ ਵਿੱਚ ਅਵੋਇਡ ਕਰੋ। ਭਾਵੇਂ ਸਿੰਪਲ ਲਿਖ ਦਿਓ ਤਾਂ ਵੀ ਤੁਹਾਡਾ ਸਕੋਰ ਆ ਜਾਊਗਾ, ਬਟ ਜਿਹੜੇ ਵਰਡਸ ਬਾਰੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹ ਵਰਡਸ ਯੂਜ਼ ਨਾ ਕਰੋ। ਜਿਵੇਂ ਕਿਡਸ ਹੈ, ਰਾਈਟਿੰਗ ਦੇ ਵਿੱਚ ਇਹ ਇਨਫੋਰਮਲ ਆ, ਸੋ ਇਹਦਾ ਯੂਜ਼ ਨਾ ਕਰੋ। ਚਿਲਡਰਨ ਹੀ ਲਿਖ ਦਿਓ, ਉਹਦੇ ਨਾਲ ਹੀ ਤੁਹਾਡਾ ਜਿਹੜਾ ਸਕੋਰ ਹੈ ਉਹ ਆ ਜਾਊਗਾ। ਬਟ ਜੇ ਤੁਸੀਂ ਕਿਡਸ ਲਿਖਦੇ ਹੋ ਉਹ ਰੋਂਗ ਹੋ ਜਾਊਗਾ। ਸੋ ਇਹ ਚੀਜ਼ਾਂ, ਠੀਕ ਹੈ, ਇਹਨਾਂ 'ਤੇ ਧਿਆਨ ਨਾਲ ਸਪੈਸੀਫਿਕਲੀ ਧਿਆਨ ਦਿਓ ਕਿ ਅਸੀਂ ਇਨਫੋਰਮਲ ਨਹੀਂ ਲਿਖਣੇ ਤੇ ਵਕੈਬ ਉਹੀ ਯੂਜ਼ ਕਰਨੀ ਜਿਹੜੀ ਸੁਟੇਬਲ ਹੈ। ਇਹ ਨਹੀਂ ਸੋਚਣਾ ਕਿ ਮੈਂ ਟਫ ਵਰਡ ਯੂਜ਼ ਕਰਦਾ ਤਾਂ ਮੇਰਾ ਸਕੋਰ ਆ ਜਾਊਗਾ। ਜੇ ਤੁਸੀਂ ਗਲਤ ਵਰਡ ਯੂਜ਼ ਕਰੋਗੇ ਉਹ ਨੈਗੇਟਿਵ ਹੀ ਸਕੋਰ ਪਾਊਗਾ। ਸੋ ਟਰਾਈ ਕਿ ਸਿੰਪਲ ਲਿਖ ਦਿਓ, ਵਕੈਬ ਉਹ ਯੂਜ਼ ਕਰੋ ਜਿਹੜੀ ਤੁਹਾਨੂੰ ਪਤਾ ਹੈ, ਠੀਕ ਹੈ। ਪੀਪਲ ਨੂੰ ਵੀ ਜਸਟ ਇੰਡੀਵਿਜੂਅਲਸ ਦੇ ਨਾਲ ਹੀ ਪੈਰਾਫਰੇਜ਼ ਕਰਿਆ ਕਰੋ, ਟਰਾਈ ਕਰਿਆ ਕਰੋ। ਜ਼ਿਆਦਾ ਸਿਨੋਨਿਮਸ ਇਹਨਾਂ ਵਰਡਸ ਦਾ ਨਾ ਯੂਜ਼ ਕਰਿਆ ਕਰੋ। ਸਿਨੋਨਿਮ ਜਾਂ ਵਕੈਬ ਜਿਹੜੀ ਯੂਜ਼ ਕਰਨੀ ਹੈ, ਜਿਹੜੇ ਤੁਸੀਂ ਪੁਆਇੰਟਸ ਲਿਖਦੇ ਹੋ ਉਹਨਾਂ ਵਿੱਚ ਟਰਾਈ ਕਰਿਆ ਕਰੋ, ਠੀਕ ਹੈ ਫਰੈਂਡਸ। ਤੇ ਹੁਣ ਜੇ ਆਪਾਂ 24 ਦਸੰਬਰ ਦੇ ਐਸੇ ਦੀ ਗੱਲ ਕਰੀਏ, ਐਗਜ਼ਾਮ ਦੀ ਗੱਲ ਕਰੀਏ ਵੀ ਰਾਈਟਿੰਗ ਦੇ ਵਿੱਚ ਕੀ ਆਉਣ ਵਾਲਾ ਹੈ। ਟਾਸਕ 1 ਦੇ ਵਿੱਚ ਕੀ ਹੈ, ਤੁਹਾਨੂੰ ਬਾਰ ਗ੍ਰਾਫ, ਮਤਲਬ ਕਿ ਗ੍ਰਾਫਿਕ ਆਉਣ ਦੀ ਜ਼ਿਆਦਾ ਚਾਂਸਿਸ ਨੇ। ਬਾਰ ਹੋ ਗਿਆ, ਪਾਈ ਹੋ ਗਿਆ,
ठीक है, टेबल हो गया। सो ये ज़्यादा ਜਿਹੜੇ ਗ੍ਰਾਫਿਕ ਨੇ, ठीक है, मेनली बार पाई टेबल, सो ये ज़्यादा चांसिस ने आ सकता है, ठीक है, क्योंकि लास्ट टाइम प्रोसैस आया सी। सो हुण ਜਿਹੜਾ टास्क 2 आ, टास्क 2 ਦੇ ਵਿੱਚ मेनली 2 ही इंपॉर्टेंट टाइप ने, ਉਹਦੇ ਵਿੱਚ ਸਾਰੇ टॉपिक कवर हो ਜਾਂਦੇ ਨੇ। एक तो डिस्कशन ऐसे ਜਿਹੜਾ ਹੁੰਦਾ ਹੈ डिस्कस बोथ व्यूज़, ठीक है। दूसरी टाइप है ओपीनियन बेस्ड। हुण ओपीनियन बेस्ड दे विच 2-3 टाइप ऑफ ऐसे कवर हो जाते हैं, जिवें पॉजिटिव नैगेटिव पुछ लिया जाता है या एक्सटेंट एग्री डिसएग्री। सो यही ज़्यादा चांसिस ने तुहानूं आउण दे, ठीक है। एडवांटेजिस डिसएडवांटेजिस भी हुंदे आ ऐसे टाइप, बट ज़्यादा जिहड़े मेनली फोकस करने की जरूरत है तुहानूं, एक डिस्कशन बोथ व्यूज़, एक एग्री डिसएग्री, एक एक्सटेंट, या जिवें आपां नूं आंदा कि पॉजिटिव नैगेटिव, ठीक है, जिहदे विच जिन्हां नूं ओपीनियन बेस्ड ऐसे आपां कह दिंदे आ, ठीक है फ्रेंड्स। सो इन्ना जिहड़े ये सिली मिसटेक्स ने इन्हां नूं बिल्कुल अवॉइड करो ताकि तुसीं अपना स्कोर डिजायर स्कोर लै सको। तो स्पीकिंग दे विच भी हुण जे आपां लास्ट ते गल करिए भी स्पीकिंग चलो कई स्टूडेंट्स की पहलां हो जाती हुंदी है, कईयां दी बाद विच हो जाती है। सो स्पीकिंग ते भी मेनली फोकस की करना है कि तुहाडा स्कोर हो जाए जिन्नी थोड़ी डिजायर है, ਉਹਦੇ ਵਿੱਚ ट्राई करना है कि तुसीं पैराफ्रेजिंग यूज़ करो। जे तुहानूं लाइक पूछा गया है तो तुसीं लाइक की जगह प्रैफर वर्ड यूज़ करो, लव टू, टेंड टू। सो जिन्नी पैराफ्रेजिंग करोगे क्वेश्चन दे विच उन्ना ही तुहाडे लई यूजफुल होगा। तो ट्राई करिया करो ईडियम्स का, ठीक है, कि असीं ईडियम्स यूज़ करिए। तो जिहड़ा क्वेश्चन सानूं पूछा गया फॉर एग्जाम्पल तुहानूं समझ नहीं आया तो एग्जामिनर नूं तुसीं रिपीट करके पूछ सकते हो, गलत आंसर देने की बजाय तुसीं एग्जामिनर नूं रिपीट पूछ लो। ओके फ्रेंड्स, सो इस तरह का जिहड़ा तुहानूं एग्जाम पैटर्न आ सकता है 24 दिसंबर नूं। अगर तुहानूं मेरी अज की क्लास वधिया लगी, लाइक ते कमेंट करके जरूर दसना जी। मिलदे हैं नवीं वीडियो दे नाल। बाय बाय, टेक केयर।